ਬੇਲ ਦੋ ਕਿਸਮ ਦੀ ਹੈ। ਜਦੋਂ ਤੁਹਾਨੂੰ ਇੱਕ ਹੁੰਦੀ ਐਂਟੀਸਪੇਟਰੀ ਬੇਲ, ਜਦੋਂ ਤੁਸੀਂ ਐਪਰੀਹੈਂਡ ਕਰਦੇ ਹੋ ਦੈਟ ਯੂ ਕੈਨ ਬੀ ਅਰੈਸਟਡ ਫॉर ਸਮ ਕੇਸ ਐਂਡ ਯੂ ਸੇ ਦੈਟ ਇਟ ਇਜ਼ ਅ ਫਾਲਸ ਕੇਸ, ਉਹ ਫਿਰ ਕੋਰਟ ਨੇ ਦੇਖਣਾ ਵੀ ਤੁਹਾਡੀ ਕਸਟਡੀ ਰਿਕੁਆਇਰਡ ਹੈ ਜਾਂ ਨਹੀਂ। ਬਿਫੋਰ ਯੂਰ ਅਰੈਸਟ ਯੂ ਕੈਨ ਮੂਵ ਐਨ ਐਪਲੀਕੇਸ਼ਨ ਫॉर ਐਂਟੀਸਪੇਟਰੀ ਬੇਲ, ਜਿਹੜਾ ਕਿ ਸੈਕਸ਼ਨ 438 CRPC ਦੇ ਵਿੱਚ ਉਹਦਾ ਪ੍ਰੋਵੀਜ਼ਨ ਹੈ। ਕੋਰਟ ਕੈਨ ਡਿਸਾਈਡ ਕਿ ਵੈਦਰ ਦੀ ਕਸਟਡੀ ਆਫ ਦੈਟ ਪਰਸਨ ਇਜ਼ ਰਿਕੁਆਇਰਡ ਔਰ ਨਾਟ। ਇਫ ਇਟ ਇਜ਼ ਨਾਟ ਰਿਕੁਆਇਰਡ then anticipatory bail is granted. Second ਜਿਹੜਾ bail ਦਾ provision ਹੈ that is regular bail, ਉਹ section 439 CRPC ਦੇ ਵਿੱਚ ਉਹਦੇ ਚ provision ਹੈ। ਉਹਦੇ ਵਿੱਚ ਇਹ ਹੈ ਵੀ ਜੇ ਕੋਈ ਟ੍ਰਾਇਲ ਚੱਲ ਗਿਆ, ਕਸਟਡੀ ਦੇ ਵਿੱਚ ਲਿਆ ਗਿਆ, ਅਰੈਸਟ ਹੋ ਗਿਆ ਬੰਦਾ, ਉਹਦੇ ਤੋਂ ਬਾਅਦ ਉਹ ਆਪਣੀ ਪਲੀ ਰੱਖ ਸਕਦਾ ਕੋਰਟ ਦੇ ਵਿੱਚ ਫॉर ਰੈਗੂਲਰ bail that my custody now it is not required, ਜਾਂ ਪੁਲਿਸ ਕਹਿੰਦੀ ਹੈ ਵੀ ਠੀਕ ਹੈ ਜੀ ਇਨਵੈਸਟੀਗੇਸ਼ਨ ਪੂਰੀ ਹੋ ਗਈ ਹੈ, ਜੋ ਅਸੀਂ ਕੁਛ ਰਿਕਵਰ ਕਰਨਾ ਸੀ, ਜੋ ਅਸੀਂ ਛਾਣਬੀਨ ਕਰਨੀ ਸੀ ਸਾਡੀ ਮੁਕੰਮਲ ਹੋ ਗਈ ਹੈ, then court can grant the regular bail, that is after the arrest of the accused। ਉਦੋਂ ਟ੍ਰਾਇਲ ਚੱਲਦਾ ਰਹਿੰਦਾ। ਫਿਰ ਇੱਕ ਵੱਖਰਾ ਪ੍ਰੋਵੀਜ਼ਨ ਜਿਹੜਾ ਆ ਜਾਂਦਾ ਆਫਟਰ ਕਨਵਿਕਸ਼ਨ। ਸੋ ਦੋ ਆਊਟਕਮਸ ਹੁੰਦੇ ਨੇ ਇੱਕ ਟ੍ਰਾਇਲ ਦੇ, ਆਈਦਰ ਦੀ ਅਕਿਊਜ਼ਡ ਇਜ਼ ਐਕਵਿਟਡ ਜਾਂ ਉਹਨੂੰ ਸਜ਼ਾ ਹੋ ਜਾਂਦੀ ਹੈ। ਜਦੋਂ ਉਹਨੂੰ ਸਜ਼ਾ ਹੋ ਜਾਂਦੀ ਹੈ ਦੈਨ ਵੀ ਸੇ ਵੀ ਉਹ ਕਨਵਿਕਟ ਹੋ ਗਿਆ, ਪਹਿਲਾਂ ਦੋਸ਼ੀ ਹੁੰਦਾ ਫਿਰ ਉਹ ਸਜ਼ਾ ਦਾ ਹਫ਼ਤਾ ਜਿਹੜਾ ਹੈ ਬਣ ਜਾਂਦਾ ਤੇ ਉਹਦੀ ਜੋ ਵੀ ਸੈਂਟੈਂਸ ਹੈ। ਦੈਨ ਜਦੋਂ ਉਹ ਜੇਲ੍ਹ ਦੇ ਵਿੱਚ ਹੈ, ਜਦੋਂ ਆਪਣੀ ਸਜ਼ਾ ਪੂਰੀ ਕਰ ਰਿਹਾ, ਜੇਕਰ ਹਾਇਰ ਕੋਰਟ ਦੇ ਵਿੱਚ ਉਹਦੀ ਉਹ ਸਜ਼ਾ ਨੂੰ ਮੁਲਤਵੀ ਨਹੀਂ ਕੀਤਾ ਜਾਂਦਾ ਜਾਂ ਸਟੇ ਨਹੀਂ ਹੁੰਦੀ ਉਹਦੀ ਜਿਹੜੀ ਸੈਂਟੈਂਸ ਹੈ, ਤੇ ਦੈਨ ਜੇਲ੍ਹ ਅਥਾਰਟੀਜ਼ ਦੇ ਕੋਲ, ਜੇਲ੍ਹ ਜਿਹੜਾ ਪ੍ਰਸ਼ਾਸਨ ਹੈ ਸਾਡਾ, ਅਲੱਗ-ਅਲੱਗ ਸਟੇਟਸ ਦੇ ਰੂਲਸ ਨੇ, ਉਸ ਪ੍ਰਸ਼ਾਸਨ ਦੇ ਕੋਲ ਫਿਰ ਉਹਨੂੰ ਰਿਲੀਜ਼ ਕਰਨ ਦਾ ਜਿਹੜਾ ਡਿਊਰਿੰਗ ਉਹਦੀ ਕਨਵਿਕਸ਼ਨ ਟਾਈਮ ਹੈ ਪੀਰੀਅਡ ਹੈ ਜਿਹੜਾ, ਉਹਦੇ ਵਿੱਚ ਉਹਦੇ ਕੋਲ ਇੱਕ ਪੈਰੋਲ ਤੇ ਇੱਕ ਫਰਲੋ, ਇਹ ਦੋ ਕਿਸਮ ਦੇ ਪ੍ਰੋਵੀਜ਼ਨਸ ਨੇ। ਇਹ ਬਾਈ ਐਂਡ ਲਾਰਜ ਸਾਨੂੰ ਇੱਕੋ ਤਰ੍ਹਾਂ ਦੇ ਨਜ਼ਰ ਆਉਂਦੇ ਨੇ, ਬਟ ਇਹਦੇ ਵਿੱਚ ਕੁਝ ਬੇਸਿਕ ਡਿਫਰੈਂਸਿਸ ਹੁੰਦੇ ਨੇ। ਜਿਵੇਂ ਪੈਰੋਲ ਹੈ, ਪੈਰੋਲ ਜਦੋਂ ਗ੍ਰਾਂਟ ਹੁੰਦੀ ਹੈ ਤਾਂ ਤੁਹਾਡੀ ਸਸਪੈਂਸ਼ਨ ਪੀਰੀਅਡ ਦੇ ਵਿੱਚੋਂ ਜਿਹੜੀ ਹੈ ਸੈਂਟੈਂਸ ਪੀਰੀਅਡ ਹੈ ਉਹਦੇ ਜੋ ਸਮਾਂ ਲੈਸ ਹੋ ਜਾਂਦਾ, ਬਟ ਫਰਲੋ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਫਰਲੋ ਤੁਹਾਨੂੰ ਜ਼ਰੂਰੀ ਨਹੀਂ ਹੈ ਵੀ ਕਿਸੇ ਕਾਰਨ ਕਰਕੇ ਮਿਲੇ, ਬਿਨਾਂ ਕਾਰਨ ਤੋਂ ਵੀ ਦਿੱਤੀ ਜਾਂਦੀ ਹੈ, ਅਕਸਰ ਬਿਨਾਂ ਕਾਰਨ ਤੋਂ ਹੀ ਦਿੱਤੀ ਜਾਂਦੀ ਹੈ। ਬਟ ਕਿਉਂਕਿ ਇਹਨੂੰ ਜਦੋਂ ਆਪਾਂ ਗੱਲ ਲੈ ਲੈਂਦੇ ਵੀ ਇੱਕ ਹਾਈ ਪ੍ਰੋਫਾਈਲ ਜਿਹੜਾ ਇੱਕ ਇਹ ਕਨਵਿਕਟ ਹੈ ਰਾਮ ਰਹੀਮ ਦਾ, ਜਿਹੜਾ ਇੱਕ ਉਹਦਾ ਡੇਰਾ ਹੈ ਜਾਂ ਉਹਦੇ ਨਾਲ ਪੈਰੋਕਾਰ ਜੁੜੇ ਹੋਏ ਨੇ, ਉਸ ਤਰ੍ਹਾਂ ਦੀ ਜਿਹੜੀ ਵਿਅਕਤੀ ਹੈ, ਜਿਹੜਾ ਉਸ ਤਰ੍ਹਾਂ ਦਾ ਇੱਕ ਵਿਅਕਤੀ ਹੈ, ਉਹਨੂੰ ਜਦੋਂ ਵੀ ਫਰਲੋ ਜਾਂ ਪੈਰੋਲ ਤੇ ਛੱਡਿਆ ਜਾਂਦਾ ਤਾਂ ਨੋ ਡਾਊਟ, ਸਪੈਸ਼ਲੀ ਜਿਹੜੀ ਤੁਸੀਂ ਗੱਲ ਟਾਈਮਿੰਗ ਦੀ ਕੀਤੀ ਇਲੈਕਸ਼ਨ ਦੀ, ਉਹਦੇ ਵਿੱਚ ਇਸ ਤਰ੍ਹਾਂ ਦੇ ਗੁਨਾਹ ਢਾਓ ਜਿਹੜੇ ਨੇ ਰਾਜਨੀਤਿਕ ਨੇ, ਉਹਦੇ ਕਿਸੇ ਪਾਰਟੀ ਵਿਸ਼ੇਸ਼ ਨੂੰ ਕੋਈ ਪਰਟੀਕੂਲਰ ਉਹਦਾ ਫਾਇਦਾ ਜਾਂ ਨੁਕਸਾਨ ਹੋ ਸਕਦਾ ਹੈ, ਇਹ ਚੀਜ਼ਾਂ ਨੋ ਡਾਊਟ ਧਿਆਨ 'ਚ ਰੱਖੀਆਂ ਜਾਂਦੀਆਂ ਨੇ। ਤੇ ਮੈਂ ਮਹਿਸੂਸ ਕਰਦਾ ਵੀ ਰਾਮ ਰਹੀਮ ਦੇ ਜਿਹੜੇ ਮਸਲਾ ਹੈ, ਇਹਦੀਆਂ ਪਹਿਲਾਂ ਵੀ 2-3-4 ਵਾਰ ਅਰਜ਼ੀਆਂ ਜਿਹੜੀਆਂ ਸੀਗੀਆਂ ਰਿਜੈਕਟ ਹੋਈਆਂ ਨੇ, ਤੇ ਇਸ ਮੌਕੇ ਤੇ ਆ ਕੇ ਜਦੋਂ ਇਲੈਕਸ਼ਨਸ ਨੇ ਬੜੇ ਕ੍ਰੂਸ਼ੀਅਲ ਸਾਡੇ ਟਾਈਮ ਨੇ, ਪੰਜਾਬ ਦੇ ਵਿੱਚ ਇਲੈਕਸ਼ਨ ਹੈ ਤੇ ਯੂਪੀ ਦੇ ਵਿੱਚ ਹੈ, ਹੋਰ ਸਟੇਟਾਂ 'ਚ ਹੈ, ਪਰ ਇਹਦੇ ਵਿੱਚ ਜਿਹੜੀਆਂ ਦੋ ਸਟੇਟਸ ਨੇ ਉਹਦੇ ਵਿੱਚ ਰਾਮ ਰਹੀਮ ਦਾ ਜਿਹੜਾ ਇੱਕ ਖਾਸ ਅਸੀਂ ਕਹਿ ਸਕਦੇ ਹਾਂ ਵੀ ਇੱਕ ਉਹਦੀ ਪੈਰੋਕਾਰੀ ਦੇ ਐਂਗਲ ਤੋਂ ਅਸਰ ਹੈ ਉਹਦਾ। ਸੋ ਉਸ ਮੌਕੇ ਤੇ ਉਹਨੂੰ ਜਿਹੜਾ ਹੈ ਫਰਲੋ ਦੇ ਦੇਣੀ, ਇਹ ਆਪਣੇ ਆਪ ਦੇ ਵਿੱਚ ਬੜੇ ਸ਼ੰਕੇ ਉਤਪੰਨ ਕਰਦਾ ਹੈ ਜਾਂ ਬੜੇ ਇਸ਼ਾਰੇ ਕਰਦਾ, ਜਿਹੜੇ ਗੁੱਝੇ ਇਸ਼ਾਰੇ ਨੇ ਵੀ ਕੀ ਇਹਨੂੰ ਇਸ ਸਮੇਂ ਤੇ ਜਿਹੜੀ ਫਰਲੋ ਦੇਣੀ ਹੈ, ਕੀ ਇਹ ਕੋਈ ਰਾਜਨੀਤਿਕ ਮਫਾਦ ਨੂੰ ਧਿਆਨ 'ਚ ਰੱਖਦਿਆਂ ਤਾਂ ਨਹੀਂ? ਸਤਿ ਸ਼੍ਰੀ ਅਕਾਲ, ਮੈਂ ਹਰਮਨ ਰੰਧਾਵਾ ਸੱਤ ਸਮੁੰਦਰੋਂ ਪਾਰ ਟੀਵੀ ਤੇ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਹਾਈ ਕੋਰਟ ਦੇ ਲਾਇਰ ਐਡਵੋਕੇਟ ਰਣਜੀਵਨ ਸਿੰਘ। ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸੋ ਮਚ। ਸਰ, ਰਾਮ ਰਹੀਮ ਨੂੰ ਫਰਲੋ ਮਿਲਣ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਪੰਜਾਬੀ ਹੋਵੇਗਾ ਜਿਹਨੇ ਗੂਗਲ ਕਰਕੇ ਨਾ ਸਰਚ ਕੀਤਾ ਹੋਵੇ ਕਿ ਫਰਲੋ ਹੁੰਦੀ ਕੀ ਹੈ। ਜੀ। ਸੋ ਤੁਸੀਂ ਸਾਨੂੰ ਜ਼ਮਾਨਤ, ਫਰਲੋ ਤੇ ਪੈਰੋਲ ਦੇ ਵਿੱਚ ਕੀ ਫਰਕ ਹੁੰਦਾ ਹੈ ਉਹ ਦੱਸੋ। ਦੇਖੋ, ਬੇਸਿਕਲੀ ਆਰਟੀਕਲ 21 ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਹੈ, ਹਾਂਜੀ, ਉਹਦੇ ਵਿੱਚ ਇਹ ਵੀ ਹਰ ਬੰਦੇ ਨੂੰ ਇੱਕ ਲਿਬਰਟੀ ਆਫ ਲਾਈਫ ਹੈ, ਡਿਗਨੀਟੀਫੁਲ ਲਾਈਫ ਹੈ, ਬਿਲਕੁਲ, ਐਕਸੈਪਟ ਜੇ ਕੋਈ ਉਹਦੇ ਤੇ ਕਾਨੂੰਨ ਦੇ ਮੁਤਾਬਕ ਕੋਈ ਧਾਰਾ ਲੱਗਦੀ ਹੈ ਜਾਂ ਉਹਨੂੰ ਕਸਟਡੀ 'ਚ ਲੈਣਾ ਪੈਂਦਾ ਹੈ ਜਾਂ ਉਹਨੂੰ ਜੇਲ੍ਹ ਜਾਂ ਕਨਵਿਕਟ ਕਰਨਾ ਪੈਂਦਾ, ਉਹਦੇ ਇੱਕ ਜਿਹੜੇ ਪ੍ਰੋਸੀਜਰਲ ਵੇਜ਼ ਨੇ ਐਜ਼ ਪਰ ਲਾਅ, ਉਹਦੇ ਮੁਤਾਬਕ ਤੁਸੀਂ ਕਿਸੇ ਨੂੰ ਰੱਖ ਸਕਦੇ ਹੋ। ਅਦਰਵਾਈਜ਼ ਲਿਬਰਟੀ ਦਾ ਜਿਹੜਾ ਸਾਨੂੰ ਰਾਈਟ ਹੈ ਕਨਸਟੀਟਿਊਸ਼ਨ ਨੇ ਪ੍ਰੋਵਾਈਡ ਕੀਤਾ। ਜਦੋਂ ਕੋਈ ਕਿਸੇ ਕਾਨੂੰਨ ਦੀ ਧਾਰਾ CRPC ਦੀ ਧਾਰਾ ਦੇ ਤਹਿਤ ਕੋਈ ਟ੍ਰਾਇਲ ਹੁੰਦਾ ਉਹਦਾ ਜਾਂ ਕੋਈ ਕਨਵਿਕਟ ਹੁੰਦਾ ਜਾਂ ਉਹਨੂੰ ਕਨਫਾਈਨ ਕੀਤਾ ਜਾਂਦਾ, ਦੈਨ ਉਹਦੇ ਕੋਲ ਫਿਰ ਕੁਝ ਟੈਂਪਰੇਰੀ ਜਿਹੜੀਆਂ ਆਪਾਂ ਕਹਿ ਦਿੰਦੇ ਹਾਂ ਉਹ ਹੁੰਦੇ ਨੇ ਪ੍ਰੋਵੀਜ਼ਨਸ ਫॉर ਗੈਟਿੰਗ ਰਿਲੀਜ਼ਡ, ਟੈਂਪਰੇਰੀ ਰਿਲੀਜ਼ ਆਪਾਂ ਕਹਿ ਦਿੰਦੇ ਹਾਂ। ਉਹਦੇ ਤੇ ਹੋ ਸਕਦਾ ਟ੍ਰਾਇਲ ਚੱਲਦਾ ਹੋਵੇ, ਡਿਊਰਿੰਗ ਟ੍ਰਾਇਲ ਜਦੋਂ ਆਪਾਂ ਲਿਬਰਟੀ ਮੰਗਦੇ ਹਾਂ, ਲਾਈਫ ਐਂਡ ਲਿਬਰਟੀ ਦੀ, ਦੈਨ ਦੈਟ ਇਜ਼ ਕਾਲਡ ਬੇਲ। ਬੇਲ ਦੋ ਕਿਸਮ ਦੀ ਹੈ। ਜਦੋਂ ਤੁਹਾਨੂੰ ਇੱਕ ਹੁੰਦੀ ਐਂਟੀਸਪੇਟਰੀ ਬੇਲ, ਜਦੋਂ ਤੁਸੀਂ ਐਪਰੀਹੈਂਡ ਕਰਦੇ ਹੋ ਦੈਟ ਯੂ ਕੈਨ ਬੀ ਅਰੈਸਟਡ ਫॉर ਸਮ ਕੇਸ ਐਂਡ ਯੂ ਸੇ ਦੈਟ ਇਟ ਇਜ਼ ਅ ਫਾਲਸ ਕੇਸ,
ਉਹ ਫਿਰ ਕੋਰਟ ਨੇ ਦੇਖਣਾ ਵੀ ਤੁਹਾਡੀ ਕਸਟਡੀ ਰਿਕੁਆਇਰਡ ਹੈ ਜਾਂ ਨਹੀਂ। ਬਿਫੋਰ ਯੂਰ ਅਰੈਸਟ ਯੂ ਕੈਨ ਮੂਵ ਐਨ ਐਪਲੀਕੇਸ਼ਨ ਫॉर ਐਂਟੀਸਪੇਟਰੀ ਬੇਲ, ਜਿਹੜਾ ਕਿ ਸੈਕਸ਼ਨ 438 CRPC ਦੇ ਵਿੱਚ ਉਹਦਾ ਪ੍ਰੋਵੀਜ਼ਨ ਹੈ। ਕੋਰਟ ਕੈਨ ਡਿਸਾਈਡ ਵੀ ਵੈਦਰ ਦੀ ਕਸਟਡੀ ਆਫ ਦੈਟ ਪਰਸਨ ਇਜ਼ ਰਿਕੁਆਇਰਡ ਔਰ ਨਾਟ। ਇਫ ਇਟ ਇਜ਼ ਨਾਟ ਰਿਕੁਆਇਰਡ then anticipatory bail is granted। Okay। Second ਜਿਹੜਾ bail ਦਾ provision ਹੈ that is regular bail। ਉਹ section 439 CRPC ਦੇ ਵਿੱਚ ਉਹਦੇ ਚ provision ਹੈ। ਉਹਦੇ ਵਿੱਚ ਇਹ ਹੈ ਵੀ ਜੇ ਕੋਈ ਟ੍ਰਾਇਲ ਚੱਲ ਗਿਆ, ਕਸਟਡੀ ਦੇ ਵਿੱਚ ਲਿਆ ਗਿਆ, ਅਰੈਸਟ ਹੋ ਗਿਆ ਬੰਦਾ, ਉਹਦੇ ਤੋਂ ਬਾਅਦ ਉਹ ਆਪਣੀ ਪਲੀ ਰੱਖ ਸਕਦਾ ਕੋਰਟ ਦੇ ਵਿੱਚ ਫॉर ਰੈਗੂਲਰ bail that my custody now it is not required। ਜਾਂ ਪੁਲਿਸ ਕਹਿੰਦੀ ਹੈ ਵੀ ਠੀਕ ਹੈ ਜੀ ਇਨਵੈਸਟੀਗੇਸ਼ਨ ਪੂਰੀ ਹੋ ਗਈ ਹੈ, ਜੋ ਅਸੀਂ ਕੁਛ ਰਿਕਵਰ ਕਰਨਾ ਸੀ, ਜੋ ਅਸੀਂ ਛਾਣਬੀਨ ਕਰਨੀ ਸੀ, ਸਾਡੀ ਮੁਕੰਮਲ ਹੋ ਗਈ ਹੈ, then court can grant the regular bail, that is after the arrest of the accused। ਉਦੋਂ ਟ੍ਰਾਇਲ ਚੱਲਦਾ ਰਹਿੰਦਾ। ਫਿਰ ਇੱਕ ਵੱਖਰਾ ਪ੍ਰੋਵੀਜ਼ਨ ਜਿਹੜਾ ਆ ਜਾਂਦਾ ਆਫਟਰ ਕਨਵਿਕਸ਼ਨ। ਸੋ ਦੋ ਆਊਟਕਮਸ ਹੁੰਦੇ ਨੇ ਇੱਕ ਟ੍ਰਾਇਲ ਦੇ, ਆਈਦਰ ਦੀ ਅਕਿਊਜ਼ਡ ਇਜ਼ ਐਕਵਿਟਡ ਜਾਂ ਉਹਨੂੰ ਸਜ਼ਾ ਹੋ ਜਾਂਦੀ ਹੈ। ਜਦੋਂ ਉਹਨੂੰ ਸਜ਼ਾ ਹੋ ਜਾਂਦੀ ਹੈ ਦੈਨ ਵੀ ਸੇ ਵੀ ਉਹ ਕਨਵਿਕਟ ਹੋ ਗਿਆ, ਪਹਿਲਾਂ ਦੋਸ਼ੀ ਹੁੰਦਾ ਫਿਰ ਉਹ ਸਜ਼ਾ ਦਾ ਜ਼ਾਬਤਾ ਜਿਹੜਾ ਹੈ ਬਣ ਜਾਂਦਾ ਤੇ ਉਹਦੀ ਜੋ ਵੀ ਸੈਂਟੈਂਸ ਹੈ। ਦੈਨ ਜਦੋਂ ਉਹ ਜੇਲ੍ਹ ਦੇ ਵਿੱਚ ਹੈ, ਜਦੋਂ ਆਪਣੀ ਸਜ਼ਾ ਪੂਰੀ ਕਰ ਰਿਹਾ, ਜੇਕਰ ਹਾਇਰ ਕੋਰਟ ਦੇ ਵਿੱਚ ਉਹਦੀ ਉਹ ਸਜ਼ਾ ਨੂੰ ਮੁਲਤਵੀ ਨਹੀਂ ਕੀਤਾ ਜਾਂਦਾ ਜਾਂ ਸਟੇ ਨਹੀਂ ਹੁੰਦੀ ਉਹਦੀ ਜਿਹੜੀ ਸੈਂਟੈਂਸ ਹੈ, ਤੇ ਦੈਨ ਜੇਲ੍ਹ ਅਥਾਰਟੀਜ਼ ਦੇ ਕੋਲ, ਜੇਲ੍ਹ ਜਿਹੜਾ ਪ੍ਰਸ਼ਾਸਨ ਹੈ ਸਾਡਾ, ਅਲੱਗ-ਅਲੱਗ ਸਟੇਟਸ ਦੇ ਰੂਲਸ ਨੇ, ਉਸ ਪ੍ਰਸ਼ਾਸਨ ਦੇ ਕੋਲ ਫਿਰ ਉਹਨੂੰ ਰਿਲੀਜ਼ ਕਰਨ ਦਾ ਜਿਹੜਾ ਡਿਊਰਿੰਗ ਉਹਦੀ ਕਨਵਿਕਸ਼ਨ ਟਾਈਮ ਹੈ ਪੀਰੀਅਡ ਆਏਗਾ, ਉਹਦੇ ਵਿੱਚ ਉਹਦੇ ਕੋਲ ਇੱਕ ਪੈਰੋਲ ਤੇ ਇੱਕ ਫਰਲੋ, ਇਹ ਦੋ ਕਿਸਮ ਦੇ ਪ੍ਰੋਵੀਜ਼ਨਸ ਨੇ। ਇਹ ਬਾਈ ਐਂਡ ਲਾਰਜ ਸਾਨੂੰ ਇੱਕੋ ਤਰ੍ਹਾਂ ਦੇ ਨਜ਼ਰ ਆਉਂਦੇ ਨੇ, ਬਟ ਇਹਦੇ ਵਿੱਚ ਕੁਝ ਬੇਸਿਕ ਡਿਫਰੈਂਸਿਸ ਹੁੰਦੇ ਨੇ। ਜਿਵੇਂ ਪੈਰੋਲ ਹੈ, ਪੈਰੋਲ ਜਦੋਂ ਗ੍ਰਾਂਟ ਹੁੰਦੀ ਹੈ ਤਾਂ ਤੁਹਾਡੀ ਸਸਪੈਂਸ਼ਨ ਪੀਰੀਅਡ ਦੇ ਵਿੱਚੋਂ ਜਿਹੜੀ ਹੈ ਸੈਂਟੈਂਸ ਪੀਰੀਅਡ ਹੈ ਉਹਦੇ ਜੋ ਸਮਾਂ ਲੈਸ ਹੋ ਜਾਂਦਾ, ਬਟ ਫਰਲੋ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ। ਫਰਲੋ ਤੁਹਾਨੂੰ ਜ਼ਰੂਰੀ ਨਹੀਂ ਹੈ ਵੀ ਕਿਸੇ ਕਾਰਨ ਕਰਕੇ ਮਿਲੇ, ਬਿਨਾਂ ਕਾਰਨ ਤੋਂ ਵੀ ਦਿੱਤੀ ਜਾਂਦੀ ਹੈ, ਅਕਸਰ ਬਿਨਾਂ ਕਾਰਨ ਤੋਂ ਹੀ ਦਿੱਤੀ ਜਾਂਦੀ ਹੈ। ਉਹਦਾ ਇੱਕ ਬੇਸਿਕ ਇੱਕ ਪਰਪਸ ਵੀ ਹੈ ਜਿਹਦਾ ਆਪਾਂ ਸੋਸ਼ਲ ਜਾਂ ਇੱਕ ਰਿਫਾਰਮਿੰਗ ਪਰਪਸ ਕਹਿ ਲਈਏ ਕਿ ਜਦੋਂ ਇੱਕ ਬੰਦਾ ਸਜ਼ਾ ਕੱਟ ਰਿਹਾ, ਠੀਕ ਹੈ ਉਹਨੂੰ ਕਨਵਿਕਟ ਕਰਤਾ, ਸਜ਼ਾ ਕੱਟ ਰਿਹਾ, ਬਟ ਸਟਿਲ ਉਹਦੇ ਇੱਕ ਹਿਊਮਨ ਜਿਹੜੇ ਉਹਦੇ ਰਾਈਟਸ ਹੁੰਦੇ ਨੇ, ਉਹਨੇ ਇੱਕ ਸਮਾਜਿਕ ਪ੍ਰਾਣੀ ਆਫਟਰ ਆਲ, ਉਹਨੇ ਆਪਣੀ ਫੈਮਿਲੀ ਨੂੰ ਮਿਲਣਾ ਹੈ, ਥੋੜਾ ਉਹਨੇ ਉਸ ਲਾਈਫ ਜਿਹੜੀ ਹੈ ਜੇਲ੍ਹ ਤੋਂ ਉਹਨੂੰ ਬ੍ਰੇਕ ਦੇਣੀ ਹੈ, ਸੋ ਦੈਟ ਉਹਦੇ ਮਨ ਦੇ ਵਿੱਚ ਇੱਕ ਮੇਨ ਸਟ੍ਰੀਮ ਚ ਆਉਣ ਦਾ ਇੱਕ ਚਾਰਮ ਜਿਹੜਾ ਹੈ, ਜਿਹੜਾ ਇੱਕ ਉਹਨੂੰ ਇੱਕ ਇੰਸਪੀਰੇਸ਼ਨ ਬਣੀ ਰਹੇ। ਸੋ ਉਸ ਪਰਪਸ ਦੀ ਜਿਹੜੀ ਫਰਲੋ ਦਿੱਤੀ ਜਾਂਦੀ ਹੈ, ਉਹ ਸਜ਼ਾ ਦੇ ਪੀਰੀਅਡ ਚੋਂ ਲੈਸ ਨਹੀਂ ਹੁੰਦੀ। ਔਰ ਫਰਲੋ ਹਾਂਜੀ ਤੇ ਪੈਰੋਲ ਉਸ ਦੇ ਵਿੱਚ ਉਹ ਸਜ਼ਾ ਹੁੰਦੀ ਹੈ ਜੀ। ਹਾਂਜੀ, ਪੈਰੋਲ ਦੇ ਵਿੱਚ ਜਿਹੜੀ ਹੈ ਸਜ਼ਾ ਘਟ ਜਾਂਦੀ ਹੈ, ਉਹ ਸਸਪੈਂਸ਼ਨ ਥੋੜੀ ਜਿਹੜੀ ਸੈਂਟੈਂਸ ਪੀਰੀਅਡ ਉਹ ਚੋਂ ਲੈਸ ਹੋ ਜਾਂਦੀ ਹੈ। ਜਿਹੜੀ ਫਰਲੋ ਹੈ ਉਹ ਲੈਸ ਨਹੀਂ ਹੁੰਦਾ। ਠੀਕ ਹੈ ਜੀ। ਫਰਲੋ ਤੁਹਾਨੂੰ ਇੱਕ ਸੈਪਰੇਟ ਹੈ ਚੀਜ਼, ਪਰ ਕਨਵਿਕਸ਼ਨ ਜਿਹੜੀ ਹੈ ਉਹਦੀ ਜਿਹੜੀ ਸੈਂਟੈਂਸ ਪੀਰੀਅਡ ਹੈ ਉਹ ਚੱਲਦਾ ਰਹਿੰਦਾ। ਠੀਕ ਹੈ ਸਰ। ਦੂਸਰਾ ਸਵਾਲ ਇਹ ਹੈ ਕਿ ਜਿਵੇਂ ਹੁਣ ਅੱਜ ਕੱਲ੍ਹ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਗਰਮ ਹੈ, ਇਸ ਮਾਹੌਲ ਦੇ ਵਿੱਚ ਰਾਮ ਰਹੀਮ ਨੂੰ ਫਰਲੋ ਦੇਣੀ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿੰਨਾ ਕੁ ਜਾਇਜ਼ ਹੈ? ਦੇਖੋ ਲੀਗਲੀ ਸਪੀਕਿੰਗ ਇਹ ਇੱਕ ਐਪਰੈਂਟਲੀ ਜਿਹੜੀ ਗੱਲ ਹੈ, ਹਾਂਜੀ, ਇਹ ਜ਼ਰੂਰ ਹੈ ਵੀ ਇੱਕ ਪ੍ਰਸ਼ਾਸਨ ਦਾ, ਜੇਲ੍ਹ ਪ੍ਰਸ਼ਾਸਨ ਜਿਹੜਾ ਹੈ ਉਹਦੀ ਡਿਸਕ੍ਰਿਸ਼ਨ ਹੈ, ਬਟ ਕਿਉਂਕਿ ਇਹਨੂੰ ਜਦੋਂ ਆਪਾਂ ਗੱਲ ਲੈ ਲੈਂਦੇ ਵੀ ਇੱਕ ਹਾਈ ਪ੍ਰੋਫਾਈਲ ਜਿਹੜਾ ਇੱਕ ਇਹ ਕਨਵਿਕਟ ਹੈ ਰਾਮ ਰਹੀਮ ਦਾ, ਜਿਹੜਾ ਇੱਕ ਉਹਦਾ ਡੇਰਾ ਹੈ ਜਾਂ ਉਹਦੇ ਨਾਲ ਇੱਕ ਪੈਰੋਕਾਰ ਜੁੜੇ ਹੋਏ ਨੇ, ਉਸ ਤਰ੍ਹਾਂ ਦੀ ਜਿਹੜੀ ਵਿਅਕਤੀ ਹੈ, ਜਿਹੜਾ ਉਸ ਤਰ੍ਹਾਂ ਦਾ ਇੱਕ ਵਿਅਕਤੀ ਹੈ, ਉਹਨੂੰ ਜਦੋਂ ਵੀ ਫਰਲੋ ਜਾਂ ਪੈਰੋਲ ਤੇ ਛੱਡਿਆ ਜਾਂਦਾ ਤਾਂ ਨੋ ਡਾਊਟ, ਸਪੈਸ਼ਲੀ ਜਿਹੜੀ ਤੁਸੀਂ ਗੱਲ ਟਾਈਮਿੰਗ ਦੀ ਕੀਤੀ ਇਲੈਕਸ਼ਨ ਦੀ, ਉਹਦੇ ਵਿੱਚ ਇਸ ਤਰ੍ਹਾਂ ਦੇ ਗੁਨਾਹ ਘਟਾਓ ਜਿਹੜੇ ਨੇ ਰਾਜਨੀਤਿਕ ਨੇ, ਉਹਦੇ ਕਿਸੇ ਪਾਰਟੀ ਵਿਸ਼ੇਸ਼ ਨੂੰ ਕੋਈ ਪਾਰਟਿਕੂਲਰ ਉਹਦਾ ਫਾਇਦਾ ਜਾਂ ਨੁਕਸਾਨ ਹੋ ਸਕਦਾ ਹੈ, ਇਹ ਚੀਜ਼ਾਂ ਨੋ ਡਾਊਟ ਧਿਆਨ 'ਚ ਰੱਖੀਆਂ ਜਾਂਦੀਆਂ ਨੇ। ਤੇ ਮੈਂ ਮਹਿਸੂਸ ਕਰਦਾ ਵੀ ਰਾਮ ਰਹੀਮ ਦੇ ਜਿਹੜੇ ਮਸਲਾ ਹੈ, ਇਹਦੀਆਂ ਪਹਿਲਾਂ ਵੀ 2-3-4 ਵਾਰ ਅਰਜ਼ੀਆਂ ਜਿਹੜੀਆਂ ਸੀਗੀਆਂ ਰਿਜੈਕਟ ਹੋਈਆਂ ਨੇ, ਤੇ ਇਸ ਮੌਕੇ ਤੇ ਆ ਕੇ ਜਦੋਂ ਇਲੈਕਸ਼ਨਸ ਨੇ ਬੜੇ ਕ੍ਰੂਸ਼ੀਅਲ ਸਾਡੇ ਟਾਈਮ ਨੇ, ਪੰਜਾਬ ਦੇ ਵਿੱਚ ਇਲੈਕਸ਼ਨ ਹੈ ਤੇ ਯੂਪੀ ਦੇ ਵਿੱਚ ਹੈ, ਹੋਰ ਸਟੇਟਾਂ 'ਚ ਹੈ, ਪਰ ਇਹਦੇ ਵਿੱਚ ਜਿਹੜੀਆਂ ਦੋ ਸਟੇਟਸ ਨੇ ਉਹਦੇ ਵਿੱਚ ਰਾਮ ਰਹੀਮ ਦਾ ਜਿਹੜਾ ਇੱਕ ਖਾਸ ਅਸੀਂ ਕਹਿ ਸਕਦੇ ਹਾਂ ਵੀ ਇੱਕ ਉਹਦੀ ਪੈਰੋਕਾਰੀ ਦੇ ਐਂਗਲ ਤੋਂ ਅਸਰ ਹੈ ਉਹਦਾ, ਸੋ ਉਸ ਮੌਕੇ ਤੇ ਉਹਨੂੰ ਜਿਹੜਾ ਹੈ ਫਰਲੋ ਦੇ ਦੇਣੀ, ਇਹ ਆਪਣੇ ਆਪ ਦੇ ਵਿੱਚ ਬੜੇ ਸ਼ੰਕੇ ਉਤਪੰਨ ਕਰਦਾ ਹੈ ਜਾਂ ਬੜੇ ਇਸ਼ਾਰੇ ਕਰਦਾ, ਜਿਹੜੇ ਗੁੱਝੇ ਇਸ਼ਾਰੇ ਨੇ ਵੀ ਕੀ ਇਹਨੂੰ ਇਸ ਸਮੇਂ ਤੇ ਜਿਹੜੀ ਫਰਲੋ ਦੇਣੀ ਹੈ, ਕੀ ਇਹ ਕੋਈ ਰਾਜਨੀਤਿਕ ਮਫਾਦ ਨੂੰ ਧਿਆਨ 'ਚ ਰੱਖਦਿਆਂ ਤਾਂ ਨਹੀਂ? ਬਿਲਕੁਲ, ਜਿਵੇਂ ਸਰ ਤੁਸੀਂ ਕਿਹਾ ਕਿ ਫਰਲੋ ਲਈ ਕੋਈ ਰੀਜ਼ਨ ਨਹੀਂ ਚਾਹੀਦਾ, ਠੀਕ ਹੈ ਜੀ, ਤੇ ਫਿਰ ਹੁਣ ਚੋਣਾਂ ਕਰਕੇ ਇੱਕ ਰੀਜ਼ਨ ਬਣ ਜਾਂਦਾ ਹੈ ਕਿ ਰਾਮ ਰਹੀਮ, ਦੇਖੋ ਬਿਲਕੁਲ, ਹਾਲਾਂਕਿ ਇਹ ਰੀਜ਼ਨ ਔਨ ਰਿਕਾਰਡ ਨਹੀਂ ਹੈ, ਬਿਲਕੁਲ ਇਟ ਕਾਂਟ ਬੀ ਔਨ ਰਿਕਾਰਡ, ਹਾਂਜੀ, ਬਟ ਬਿਲਕੁਲ ਠੀਕ ਹੈ ਵੀ ਇਸ ਹਰ ਬੰਦੇ ਦੇ ਜ਼ਿਹਨ ਦੇ ਵਿੱਚ ਇਹ ਗੱਲ ਹੈ ਵੀ ਜਦੋਂ ਇਹਨਾਂ ਦੀਆਂ ਪਹਿਲਾਂ 3-4 ਵਾਰ ਜਿਹੜੀਆਂ ਅਰਜ਼ੀਆਂ ਰਿਜੈਕਟ ਹੋ ਚੁੱਕੀਆਂ ਨੇ, ਹੁਣ ਕੋਈ ਐਸੀ ਵਜ੍ਹਾ ਨਹੀਂ ਹੈ ਵੀ ਇਹਨਾਂ ਦੀ ਜਿਹੜੀ ਉਹ ਇਹਨਾਂ ਨੂੰ ਦਿੱਤੀ ਜਾਵੇ, ਠੀਕ ਹੈ, ਪਰ ਉਹਦਾ ਜਿਹੜਾ ਮਕਸਦ ਮੈਂ ਸਮਝਦਾ ਬੜਾ ਸਪਸ਼ਟ ਹੀ ਹੈ ਲਗਭਗ ਇਹ ਵੀ ਇਲੈਕਸ਼ਨਸ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਹੀ ਇਸ ਕਿਸਮ ਦਾ ਹੈ
ਉਹਦੀਆਂ ਕੀ ਕੈਲਕੂਲੇਸ਼ਨਸ ਨੇ ਆਉਂਦੇ ਦਿਨਾਂ 'ਚ ਆਪਾਂ ਦੇਖਾਂਗੇ ਉਹਨਾਂ ਦਾ। ਠੀਕ ਹੈ, ਥੈਂਕ ਯੂ ਸੋ ਮਚ। ਥੈਂਕ ਯੂ। ਮੈਨੂੰ ਲੱਗਦਾ ਕਿ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਹੋਣਾ ਕਿ ਜ਼ਮਾਨਤ, ਪੈਰੋਲ ਤੇ ਫਰਲੋ ਦੇ ਵਿੱਚ ਕੀ ਫਰਕ ਹੈ। ਸਰ ਤੁਹਾਡਾ ਸਾਡੇ ਸ਼ੋਅ ਤੇ ਆਉਣ ਲਈ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਟੀਵੀ ਦਾ ਜਿਹੜਾ ਸਤਿ ਪਾ ਰਿਹਾ ਬਹੁਤ ਧੰਨਵਾਦ ਕਰਦਾ। ਥੈਂਕ ਯੂ ਸੋ ਮਚ। ਧੰਨਵਾਦ ਜੀ। ਤੇ ਨਵੀਆਂ ਤੇ ਹੋਰ ਤਾਜ਼ੀਆਂ ਵੀਡੀਓਜ਼ ਲੈ ਕੇ ਤੁਹਾਡੇ ਨਾਲ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਹਰਮਨ ਰੰਧਾਵਾ ਨੂੰ ਕਰੋ ਸਤਿ ਸ਼੍ਰੀ ਅਕਾਲ।